ਚੜ੍ਹਦੇ ਸੂਰਜ ਢਲਦੇ ਵੇਖੇ, ਬੁੱਝੇ ਦੀਵੇ ਬਲਦੇ ਵੇਖੇ, ਹੀਰੇ ਦਾ ਕੋਈ ਮੁੱਲ ਨਾ ਤਾਰੇ, ਖੋਟੇ ਸਿੱਕੇ ਚੱਲਦੇ ਵੇਖੇ। ਜਿਨ੍ਹਾਂ ਦਾ ਨਾ ਜਗ ਤੇ ਕੋਈ, ਉਹ ਵੀ ਪੁੱਤਰ ਪਲਦੇ ਵੇਖੇ। ਉਹਦੀ ਰਹਿਮਤ ਦੇ ਨਾਲ ਬੰਦੇ ਪਾਣੀ ਉੱਤੇ ਚੱਲਦੇ ਵੇਖੇ। ਲੋਕੀ ਕਹਿੰਦੇ ਦਾਲ ਨਹੀਂ ਗਲਦੀ, ਮੈਂ ਤੇ ਪੱਥਰ ਗਲਦੇ ਵੇਖੇ। अस्सलाम वालेकुम दोस्तों, मुश्ताक अहमद यूसुफी साहब ने एक दफ़ा कहा ही कि अंदरूने लाहौर दे विच कुछ इस तरह ਦੀਆਂ तंग गलियां ने कि जिन्हां दे विचों अगर एक तरफों औरत आंदी होए ते दूसरी तरफों मर्द आंदा होए ते दरमियान दे विच सिर्फ शादी ਦੀ गुंजाइश रह ਜਾਂਦੀ है। ਤੇ ਸਿਆਲਕੋਟ ਦੇ ਅੰਦਰੂਨ ਦੇ ਵਿੱਚ ਵੀ ਆਈਆਂ ਗਲੀਆਂ ਤੁਸੀਂ ਵੇਖ ਸਕਦੇ ਹੋ। ਇਹ ਤੇ ਇੱਕ ਗਲੀ ਹੈ, ਹੋਰ ਵੀ ਕਈ ਗਲੀਆਂ ਇੱਥੇ ਇੰਜ ਦੀਆਂ ਹੈ ਨੇ ਕਿ ਜਿਨ੍ਹਾਂ ਦੇ ਵਿੱਚੋਂ ਗੁੰਜਾਇਸ਼ ਵਿੱਚ ਸ਼ਾਦੀ ਵਾਲੀ ਰਹਿ ਜਾਂਦੀ ਹੈ। ਅੱਜ ਦੋਸਤੋ ਤੁਹਾਨੂੰ ਇੱਕ ਪੁਰਾਣੀ ਬਿਲਡਿੰਗ 1920 ਦੀ ਬਿਲਡਿੰਗ ਹੈ, ਉਹਦਾ ਨਾਮ ਪਾਲ ਮੰਜ਼ਲ ਹੈ, ਉਹ ਤੁਹਾਨੂੰ ਵਿਜ਼ਿਟ ਕਰਾਉਂਦੇ ਆ। ਇੱਥੋਂ ਗੁਜ਼ਰਦੇ ਆ ਨਾ, ਅੱਜ ਕਾਲਜ ਟਾਈਮ ਦੀ ਇੱਕ ਗੱਲ ਮੇਰੇ ਜ਼ਹਨ 'ਚ ਆ ਗਈ। ਮੈਂ ਕਿਹਾ ਤੁਹਾਡੇ ਦੇ ਨਾਲ ਕਿਉਂ ਨਾ ਸਾਂਝੀ ਕੀਤੀ ਜਾਏ। ਮੈਂ ਅਕਸਰ ਲੇਟ ਹੋ ਜਾਂਦਾ ਹਾਂ ਕਾਲਜ ਦੇ ਵਿੱਚ ਜਦੋਂ ਪਹੁੰਚਣਾ ਹੁੰਦਾ ਸੀ ਨਾ। ਉਹ ਇਸ ਲਈ ਨਹੀਂ ਕਿ ਗੱਡੀ ਨਹੀਂ ਸੀ ਮਿਲਦੀ ਹੁੰਦੀ, ਬਲਕਿ ਮੇਰੇ ਉਸਤਾਦੇ ਮੁਹਤਰਮ ਇਕਬਾਲ ਰਹਿਮਤੁल्लाह अलैह ਦੀ ਜਿਹੜੀ ਨਾ ਆਦਤ ਅਪਣਾਈ ਸੀ। ਤੇ ਇੱਕ ਦਿਨ ਹਸਬੇ ਮਾਮੂਲ ਮੈਂ ਕਲਾਸ ਵਿੱਚ ਲੇਟ ਪਹੁੰਚ ਰਿਹਾ ਸਾਂ। ਸਾਹਮਣੇ ਸਾਡੇ ਬਹੁਤ ਹੀ ਪਿਆਰੇ ਪ੍ਰੋਫੈਸਰ ਖਲੀਲ ਅਹਿਮਦ ਤੂਰ ਸਾਹਿਬ ਜਿਹੜਾ ਨਾ ਹਾਜ਼ਰੀ ਲਾਉਣ ਤੋਂ ਬਸ ਪੜ੍ਹਾਉਣਾ ਸ਼ੁਰੂ ਕਰਨ ਹੀ ਲੱਗੇ ਹਨ। ਮੈਂ ਦਰਵਾਜ਼ੇ ਦੇ ਥੋੜ੍ਹਾ ਜਿਹਾ ਪਿੱਛੇ ਸਾਂ ਤੇ ਮੇਰੀ ਜਿਹੜਾ ਨਾ ਨਜ਼ਰ ਸੱਜੀ ਸਾਈਡ ਤੇ ਕੰਧ ਵੱਲ ਪਈ। ਉੱਧਰ ਕੁਛ ਕਬੂਤਰ ਸਨ ਬੈਠੇ ਤੇ ਉਹ ਮੇਰੇ ਖੜਾਕ ਦੇ ਨਾਲ ਜਿਹੜਾ ਇੰਝ ਉੱਡ ਕੇ ਗਏ ਨੇ ਨਾ। ਮੇਰਾ ਧਿਆਨ ਉੱਧਰ ਪੈ ਗਿਆ ਤੇ ਉਸ ਦੌਰਾਨ ਸਰ ਹੋਰਾਂ ਨੇ ਇੱਕ ਦੋ ਦਫਾ ਮੈਨੂੰ ਆਵਾਜ਼ ਵੀ ਦਿੱਤੀ ਹੈ। ਖੈਰ ਮੈਂ ਵੇਖ ਰਿਹਾ ਸਾਂ ਕਿ ਕਬੂਤਰ ਮੇਰੇ ਵੱਲੋਂ ਵੇਖ ਕੇ ਕਿਉਂ ਉੱਡ ਗਏ ਨੇ। ਤੇ ਖਲੀਲ ਸਾਹਿਬ ਨੇ ਜਿਹੜਾ ਨਾ ਉੱਚੀ ਜਿਹੀ ਜ਼ਰਾ ਬੋਲੇ ਨੇ ਤੇ ਨਾਲ ਖੰਗੇ ਵੀ ਨੇ ਤੇ ਮੇਰਾ ਧਿਆਨ ਫਿਰ ਉੱਧਰ ਗਿਆ। ਕਲਾਸ ਦੇ ਵਿੱਚ 100-150 ਬੱਚਾ ਉਸ ਟਾਈਮ ਮੌਜੂਦ ਹੋਣਾ ਤੇ ਸਰ ਹੋਰਾਂ ਦਾ ਜਿਹੜਾ ਇੱਕ ਤਾਰੀਖੀ ਫਿਕਰਾ ਨਾ, ਉਹ ਮੈਨੂੰ ਜਿਹੜਾ ਨਾ ਹਮੇਸ਼ਾ ਯਾਦ ਰਹਿਣਾ। ਤੇ ਮੇਰਾ ਇੱਕ ਦੋਸਤ ਹੈ ਬਿਲਾਲ ਭੱਟ, ਉਹਨੂੰ ਵੀ ਯਾਦ ਰਹਿਣਾ। ਉਹਨਾਂ ਕਿਹਾ, ਓਏ ਆ ਗਿਆ ਕਾਇਨਾਤ ਦਾ ਮੁਸ਼ਾਹਦਾ ਕਰਨ ਵਾਲਿਆ। ਖੈਰ ਉਸ ਟਾਈਮ ਮੇਰਾ ਹਾਸਾ ਤੇ ਨਾ ਨਿਕਲਿਆ, ਦੂਜੇ ਸਾਰੇ ਕਲਾਸ ਦੇ ਸਟੂਡੈਂਟ ਹੱਸੀ ਜਾਣ ਤੇ ਮੈਂ ਇੱਧਰ ਉੱਧਰ ਸਿਰ ਲਾ ਕੇ ਵੇਖਿਆ। ਮੈਂ ਕਿਹਾ ਖੈਰ ਸਾਨੂੰ ਕਿਹੜੀ ਮਹਿਸੂਸ ਹੁੰਦੀ ਹੈ, ਤੁਸੀਂ ਹੱਸੀ ਜਾਓ। ਮੈਂ ਜਾ ਕੇ ਬਹਿ ਗਿਆ। ਤੇ ਦੋਸਤੋ ਅੱਜ ਮੈਂ ਜਦੋਂ ਤਾਰੀਖ ਦੀਆਂ ਇਹਨਾਂ ਬੰਦ ਕਵਾੜਾਂ ਨੂੰ ਖੋਲ ਕੇ ਇਹਨਾਂ ਦੀਆਂ ਫਰਾਮੋਸ਼ ਦਾਸਤਾਨਾਂ ਨੂੰ ਜਦੋਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਨਾ, ਤੇ ਮੈਨੂੰ ਸਰ ਤੂਰ ਤੇ ਬਿਲਾਲ ਭੱਟ ਯਾਦ ਆ ਜਾਂਦੇ ਨੇ। ਪਰ ਦੋਸਤੋ ਤੁਸੀਂ ਇਹ ਨਾ ਸਮਝ ਲੈਣਾ ਕਿਤੇ ਕਿ ਮੈਂ ਆਪਣੇ ਸ਼ੌਕ ਨੂੰ ਪੂਰਾ ਕਰਨ ਲਈ ਆਪਣੇ ਮੁਤਜੱਸਸ ਤਹੱਯਲ ਦੀ ਤਸਕੀਨ ਵਾਸਤੇ ਕਰ ਰਿਹਾ ਵਾਂ। ਮੈਂ ਤੇ ਜਨਾਬ ਆਪਣੇ ਉਸਤਾਦੇ ਮੁਹਤਰਮ ਖਲੀਲ ਅਹਿਮਦ ਤੂਰ ਸਾਹਿਬ ਦੀ ਗੱਲ ਦਾ ਮਾਣ ਰੱਖ ਰਿਹਾ ਵਾਂ, ਉਹਨਾਂ ਦੀ ਖੁਆਇਸ਼ ਨੂੰ ਪੂਰਾ ਕਰਨਾ ਪਿਆ। ਤੇ ਬਿਲਾਲ ਭੱਟ ਸਾਹਿਬ ਕਮੈਂਟਸ 'ਚ ਹਾਜ਼ਰੀ ਲਵਾਓ ਤੇ ਦੱਸੋ ਇਹ ਗੱਲ ਸੱਚ ਹੈ। ਦੋਸਤੋ ਇਹਨਾਂ ਫਰਾਮੋਸ਼ ਖਾਨਿਆਂ ਨੂੰ ਵੇਖ ਕੇ ਮੈਨੂੰ ਇਹਨਾਂ ਦੀ ਅਣਡਿੱਠੀ ਤੇ ਅਨਟੋਲਡ ਦਾਸਤਾਨਾਂ ਦਾ ਖਿਆਲ ਆਉਂਦਾ ਹੈ, ਕਿਉਂਕਿ ਇਹ ਇਮਾਰਤਾਂ ਜਿਹੜੀਆਂ ਅੱਜ ਖੰਡਰ ਤੇ ਸੁਨਸਾਨ ਪਈਆਂ ਨੇ ਕਿਸੇ ਦੌਰ ਦੇ ਵਿੱਚ ਆਬਾਦ ਸਨ। ਪਾਲ ਮੰਜ਼ਲ ਵੀ ਉਹਨਾਂ ਦੇ ਵਿੱਚੋਂ ਹੀ ਹੈ। 1920 ਦੇ ਵਿੱਚ ਹੱਸਦੇ ਵਸਦੇ ਲੋਕ ਇਹਦੇ ਵਿੱਚ ਆਬਾਦ ਹੋਣਗੇ। ਸਹੀ ਹੈ। ਉਹਨਾਂ ਦੀਆਂ ਅਨਟੋਲਡ ਦਾਸਤਾਨਾਂ ਨੂੰ ਮੈਂ ਉਹਨਾਂ ਦੀਆਂ ਇੱਥੇ ਜਿਹੜੇ ਲੋਕ ਆਬਾਦ ਸਨ ਉਹਨਾਂ ਦੀਆਂ ਆਵਾਜ਼ਾਂ ਨੂੰ ਸੁਣਨ ਦੀ ਕੋਸ਼ਿਸ਼ ਕਰਨਾ ਵਾ, ਉਹਨਾਂ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰਨਾ ਵਾ ਕਿ ਯਾਰ, ਕਿਉਂਕਿ ਇੱਕ ਦਿਨ ਐਸਾ ਆਉਣਾ ਹੈ ਕਿ ਅਸਾਂ ਵੀ ਇੱਕ ਦਾਸਤਾਨ ਬਣ ਕੇ ਰਹਿ ਜਾਣਾ। ਸਾਡੀ ਵੀ ਇੱਕ ਕਹਾਣੀ ਹੋਣੀ ਹੈ, ਸਾਡਾ ਕਿਰਦਾਰ ਹੀ ਜ਼ਿੰਦਾ ਰਹਿ ਜਾਣਾ ਦੁਨੀਆ ਦੀ ਇਸ ਕਹਾਣੀ ਦੇ ਅੰਦਰ। ਅਸੀਂ ਵੀ ਇੱਕ ਦਿਨ ਚਲਿਆ ਜਾਣਾ, ਕੋਈ ਵੀ ਇੱਥੇ ਪੱਕਾ ਮੌਜੂਦ ਨਹੀਂ ਹੈ। ਮੇਰਾ ਮਕਸਦ ਇਹ ਹੀ ਹੁੰਦਾ ਕਿ ਇਹਨਾਂ ਚੀਜ਼ਾਂ ਨੂੰ ਵੇਖਣ ਦਾ ਜਾਂ ਵਹਾਉਣ ਦਾ। ਦੋਸਤੋ ਐਸੇ ਗੱਲ ਦੇ ਨਾਲ ਹੁਣ ਇਜਾਜ਼ਤ ਤਲਬ ਕਰਦੇ ਹਾਂ। ਦੁਆਵਾਂ ਵਿੱਚ ਯਾਦ ਰੱਖਿਓ ਤੇ ਲਾਈਕ ਸ਼ੇਅਰ ਕਰਕੇ ਕਮੈਂਟਸ ਕਰਕੇ ਸਾਨੂੰ ਆਪਣੀ ਰਾਏ ਤੋਂ ਜ਼ਰੂਰ ਆਗਾਹ ਕਰਿਓ ਕਿ ਅੱਲਾ ਹਾਫਿਜ਼ ਫੀ ਅਮਾਨ। ਮੇਰੇ ਇਸ਼ਕ ਦੇ ਵਿੱਚ ਮਾਸ਼ੂਕ ਨਾ ਹੋ, ਨਹੀਂ ਅੱਜ ਤੱਕ ਗਲਤ ਨਿਗਾਹ ਕੀਤੀ, ਤੇਰੀ ਹਰ ਮੁਲਾਕਾਤ ਮੈਂ ਇੰਜ ਕੀਤੀ ਜਿਵੇਂ ਮੂਸਾ ਨਾਲ ਖੁਦਾ ਕੀਤੀ।